नमस्कार, सत श्री अकाल, बहुत बहुत आदाब, जय श्री राम, जय श्री कृष्णा, जय माता शेरावाली। मैं हूं प्रकाश एस्ट्रोलॉजर, पेश करूंगा आपके सामने ज्योतिष शास्त्र। आपसे बात करते हैं, मुखातिब होते हैं, गुफ्तगू करते हैं। प्रोग्राम में भाग लेना चाहते हैं, बताना होगा आपको नाम, जन्म तारीख, डेट ऑफ बर्थ, प्लेस ऑफ बर्थ, टाइम ऑफ बर्थ क्या है। हाँ जी, नमस्कार जी। मेरा नाम हरप्रीत है जी। हरप्रीत। हेलो, नमस्कार पंडित जी। हाँ जी, नमस्कार जी। मेरा नाम हरप्रीत पंडित जी। हाँ जी, हरप्रीत बोलो। मैं ਤੁਹਾਡੇ ਕੋਲ ਆਪਣੀ ਲਾਈਫ ਬਾਰੇ ਕੁਝ ਪੁੱਛਣਾ ਸੀਗਾ, ਜੇ ਤੁਸੀਂ ਦੱਸ ਸਕਦੇ ਹੋ। डेट ऑफ बर्थ की है जी, डेट ऑफ बर्थ दस तो की है हरप्रीत। 20 नवंबर 20th of November। 87। टाइम ऑफ बर्थ की है। हेलो। टाइम शाम ਦੇ 7:06। शाम के 7:06 है। हाँ जी। और पैदाइश किस जगह पे हुई है। फिलौर। ओके जी, फिलौर पैदा हुए हो। हाँ जी। हाँ जी, गल करो, पूछना की चाहते ਤੁਸੀਂ। पंडित जी, देखो कि लाइफ की सैटिंग कद हो रही है अजे, क्योंकि स्टैबिलिटी नहीं आ रही किसी पासे। ना तो जॉब है, जेकर जॉब है तो हेल्थ खराब हो जाती है, ਉੱਪਰ ਦੀ ਕੋਰਟ ਕੇਸਿਸ ਅਲੱਗ ਤੋਂ ਚੱਲ ਰਹੇ ਆ ਤੇ ਬਿਮਾਰੀਆਂ ਪਤਾ ਨਹੀਂ ਕਿੱਥੋਂ ਕਿੱਥੋਂ ਨਿਕਲ ਕੇ ਆ ਰਹੀਆਂ। ਇਸ ਟਾਈਮ ਤੁਹਾਡੀ ਸ਼ਨੀ ਸਾੜ ਸਤੀ ਚੱਲ ਰਹੀ ਹੈ। ਓਕੇ। ਤੇ ਸ਼ਨੀ ਸਾੜ ਸਤੀ ਕਰਕੇ ਇਸ਼ੂਜ਼ ਹੈਗੇ ਆ। ਅੱਛਾ ਜੀ। ਮਤਲਬ ਆਪਾਂ ਜੇ ਮੋਟੇ ਤੌਰ ਤੇ ਕਹੀਏ, ਜੇ ਤੁਹਾਡੇ ਮਤਲਬ 3.5 ਸਾਲ ਟਫ ਹੈਗੇ। ਹਾਂਜੀ। ਔਰ ਸ਼ਨੀ ਦੀ ਤੁਹਾਡੇ ਮਹਾਦਸ਼ਾ ਹੈ, ਸ਼ਨੀ ਦੀ ਸਾੜ ਸਤੀ ਹੈ। ਅੱਛਾ ਜੀ। ਤੁਹਾਨੂੰ ਰਿਲੀਫ ਮਿਲੇਗੀ 5 ਜੁਲਾਈ ਤੋਂ ਬਾਅਦ, ਪਹਿਲਾਂ ਨਹੀਂ। 5 ਜੁਲਾਈ ਤੋਂ ਬਾਅਦ ਕੋਈ ਸੋਲੂਸ਼ਨ ਹੈ ਨਹੀਂ, ਜਿੰਨਾ ਟਾਈਮ ਚੱਲ ਰਹੀ ਆ ਇੱਦਾਂ ਰਹੂਗਾ ਇਹ। ਨਹੀਂ ਜੀ, ਸੋਲੂਸ਼ਨ ਤੁਹਾਨੂੰ ਮੈਂ ਦੇ ਦਿੰਦਾ। ਹੁਣ ਆਪਾਂ ਸੋਲੂਸ਼ਨ ਦੀ ਵੀ ਗੱਲ ਕਰ ਲੈਂਦੇ ਹਾਂ, ਲੇਕਿਨ ਜਿਹੜੇ ਕੁਝ ਆਪਾਂ ਜੇ ਬਦਲਾਵ ਚਾਹੁੰਦੇ ਆ ਜਾਂ ਕੋਈ ਇੰਪਰੂਵਮੈਂਟ ਚਾਹੁੰਦੇ ਆ, ਕਿਉਂਕਿ ਇਸ ਟਾਈਮ ਸ਼ਨੀ ਦੇ ਵਿੱਚ ਰਾਹੂ ਦੀ ਅੰਤਰਦਸ਼ਾ ਹੈ। ਇਹ ਤੁਹਾਡਾ ਸਭ ਤੋਂ ਟਫ ਟਾਈਮ ਇਹੀ ਹੈ ਲਾਈਫ ਦਾ। ਓਕੇ। ਇਹਦੇ 'ਚ ਤੁਹਾਡਾ ਪੂਰਾ, ਜਿੱਦਾਂ ਬੰਦੇ ਨੂੰ ਕਹਿੰਦੇ ਆ ਵੀ ਫਾਈਬਰ ਟੈਸਟ ਹੋ ਜਾਣਾ, ਇਹ ਫਾਈਬਰ ਟੈਸਟ ਹੋ ਰਿਹਾ ਤੁਹਾਡਾ ਪੂਰਾ ਟੈਸਟ ਹੈ। ਓਕੇ। ਉਹਨੇ ਇਹ ਹੈ ਕਿ ਇਹਦੇ 'ਚ ਤੁਹਾਡੇ ਲੇਕਿਨ ਜੁਲਾਈ ਤੋਂ ਬਾਅਦ ਜਿੱਦਾਂ ਟਾਈਮ ਆਏਗਾ ਉਹ ਪਹਿਲੇ ਨਾਲੋਂ ਬਿਹਤਰ ਹੋਏਗਾ, ਉਹ 'ਚ ਫਿਰ ਐਸਟੈਬਲਿਸ਼ਮੈਂਟ ਹੋ ਜਾਏਗੀ। ਫਿਰ ਇਸ ਸਾਲ ਦੀ ਜੁਲਾਈ। ਹਾਂਜੀ 2014 ਦੀ ਜੁਲਾਈ। ਹਾਂਜੀ 2014 ਦੀ ਜੁਲਾਈ ਤੇ ਫਿਰ ਉਹਦੇ 'ਚ ਉਨੀ ਖੱਜਲ ਖਰਾਬੀ ਨਹੀਂ ਹੈ ਜਿੰਨੀ ਪਹਿਲਾਂ ਸੀਗੀ। ਉਹ ਉਨਾ ਟਫ ਟਾਈਮ ਨਹੀਂ ਹੈ ਹੋਏ। ਮੈਂ ਇਹ ਨਹੀਂ ਕਹਿ ਰਿਹਾ ਵੀ ਸਾਰਾ ਕੁਝ ਠੀਕ ਹੋ ਜਾਏਗਾ, ਲੇਕਿਨ ਪਹਿਲੇ ਨਾਲੋਂ ਹਾਲਾਤ ਜਿਹੜੇ ਬਿਹਤਰ ਹੋਣਗੇ, ਬੈਟਰ ਹੋ ਜਾਣਗੇ। ਹਾਂਜੀ। ਹੁਣ ਤੁਹਾਨੂੰ ਮੈਂ ਕੁਝ ਉਪਾਅ ਦੇਣੇ ਆ, ਤੁਸੀਂ ਕਰ ਦੇਣੇ ਆ। ਹਾਂਜੀ ਪਲੀਜ਼। ਕਿਸੇ ਤਰੀਕੇ ਨਾਲ ਤੁਹਾਨੂੰ ਸ਼ਨੀ ਨੂੰ ਜੱਫਾ ਪਾਣਾ ਪੈਣਾ। ਔਰ ਕਿਉਂਕਿ ਇਸ ਟਾਈਮ ਸ਼ਨੀ ਬਿਲਕੁਲ ਇਹਦੀ ਸਾੜ ਸਤੀ ਵੀ ਤੁਹਾਡੀ ਪੀਕ ਤੇ ਹੈ। ਇਹ 2012 ਅਗਸਤ ਤੋਂ ਲੈ ਕੇ ਨਵੰਬਰ 2014 ਤੱਕ ਪੀਕ ਤੇ ਹੈ ਸ਼ਨੀ। ਓਕੇ। ਹਾਂ, ਇਸ ਟਾਈਮ ਆਪਣੀ ਫੈਮਿਲੀ ਲਾਈਫ, ਆਪਣੀ ਪਰਸਨਲ ਲਾਈਫ, ਆਪਣੀ ਹੈਲਥ, ਆਪਣੇ ਪ੍ਰੋਫੈਸ਼ਨ, ਆਪਣੇ ਉਤਲ-ਪੁਤਲ ਹੋਇਆ ਇਸ ਟਾਈਮ। ਹਾਂ, ਇਸ ਟਾਈਮ ਖੱਜਲ ਖਰਾਬੀਆਂ ਜ਼ਿਆਦਾ ਹੈ ਇਸ ਟਾਈਮ, ਬਹੁਤ ਜ਼ਿਆਦਾ। ਇਹਦੇ ਇਸ ਟਾਈਮ 'ਚ ਤੁਹਾਨੂੰ ਅਥਾਰਟੀ ਦੀ ਸਪੋਰਟ ਵੀ ਨਹੀਂ ਮਿਲਣੀ। ਔਰ ਕੋਈ ਐਸਾ ਇਸ ਟਾਈਮ 'ਚ ਕਿਸੇ ਲੜਾਈ ਝਗੜੇ 'ਚ ਇਨਵੋਲਵ ਨਾ ਹੋਈਓ। ਹਾਂਜੀ। ਅਥਾਰਟੀ 'ਚ ਇਨਵੋਲਵ ਨਾ ਹੋਈਓ। ਓਕੇ। ਕੋਰਟ 'ਚ ਨਾ ਜਾਈਓ। ਕੋਈ ਵੀ ਗੱਲ ਹੈ, ਮਸਲਾ ਆ, ਬਹੁਤ ਪਿਆਰ ਨਾਲ, ਹਲੀਮੀ ਨਾਲ, ਬੜੇ ਝੁੱਕ ਕੇ, ਹੰਬਲ ਬਣ ਕੇ ਮੱਥਾ ਟੇਕੋ। ਯਾਰ ਜਾਨ ਛੜਾਓ। ਇਸ ਟਾਈਮ ਬਹੁਤ ਈਗੋ ਲੈ ਕੇ ਨਾ ਆਈਓ, ਬੜੇ ਆਰਾਮ ਨਾਲ ਗੱਲ ਕਰੋ, ਚਲੋ ਮਿੱਟੀ ਪਾਓ, ਮੂਵ ਔਨ, ਨੈਕਸਟ ਲੈਵਲ। ਇੱਦਾਂ ਤੁਹਾਨੂੰ ਕਰਨਾ ਪਊਗਾ। ਜੇ ਤੁਸੀਂ ਇਸ ਟਾਈਮ ਬਹੁਤ ਜ਼ਿਆਦਾ ਔਖੇ ਜੇ, ਜਿੱਦਾਂ ਬਹੁਤ ਗੁੱਸਾ ਚੜਾ ਲਿਆ ਜਾਂ ਬਹੁਤ ਟੈਂਪਰ ਲੂਜ਼ ਕਰ ਲਿਆ ਜਾਂ ਬਹੁਤ ਹੀ ਅਗਰੈਸਿਵ ਹੋ ਗਏ, ਫਿਰ ਤੁਹਾਡਾ ਨੁਕਸਾਨ ਹੋਏਗਾ। ਓਕੇ। ਕੁਝ ਉਪਾਅ ਦੇਣਾ ਚਾਹਨਾ, ਤੁਸੀਂ ਕਰ ਦੇਣੇ ਆ। ਹਾਂਜੀ ਪਲੀਜ਼ ਦੱਸ ਦਿਓ ਇਹ। ਪਹਿਲਾ ਉਪਾਅ ਤੁਸੀਂ ਇਹ ਕਰਨਾ ਹੈ, ਹਾਂਜੀ। 8 ਕਿਲੋ ਕੱਚਾ ਬੇਸਨ, 8 ਕਿਲੋ ਕੱਚਾ ਬੇਸਨ, 2 ਕਿਲੋ ਹਲਦੀ, 2 ਕਿਲੋ ਹਲਦੀ, ਧਰਮ ਸਥਾਨ ਦਾਨ ਕਰ ਦਿਓ। 8 किलो कच्चा बेसन 2 किलो हल्दी। ओके।
ਧਰਮ ਸਥਾਨ ਦਾਨ ਕਰੋ। ਡੇ ਚੂਜ਼ ਕਰੋ ਥਰਸਡੇ ਦਾ। ਠੀਕ ਹੈ ਜੀ, ਇਹ ਕਿਸੇ ਵੀ ਦਿਨ ਕਰ ਸਕਦੇ ਹਾਂ? ਥਰਸਡੇ ਵਾਲੇ ਦਿਨ, ਹਾਂਜੀ, ਵੀਰਵਾਰ ਵਾਲੇ ਦਿਨ ਕਰ ਦੇਣਾ ਹੈ। ਓਕੇ ਠੀਕ ਹੈ। ਅਗਲਾ ਉਪਾਅ 5 ਕਿਲੋ ਕੇਲੇ। 5 ਕਿਲੋ ਕੇਲੇ, ਕੇਲੇ, ਹਾਂ, ਬਨਾਨਾਸ, ਓਕੇ, ਹਾਂਜੀ, ਉਹ ਵੀ ਧਰਮ ਸਥਾਨ ਦਾਨ ਕਰੋ ਥਰਸਡੇ ਵਾਲੇ ਦਿਨ। ਓਕੇ ਠੀਕ ਹੈ। ਅਗਲਾ ਉਪਾਅ ਹਾਂਜੀ, 8 ਸੁੱਕੇ ਨਾਰੀਅਲ, 8 ਪੱਕੇ ਨਾਰੀਅਲ, 8 ਡਰਾਈ ਕੋਕੋਨਟਸ, ਓਕੇ, ਹੋਲ ਡਰਾਈ ਕੋਕੋਨਟਸ, ਉਸ ਸਿਰ ਨੂੰ ਹਾਂਜੀ। ਛੁਆ ਕੇ ਹਾਂਜੀ, ਜਿੱਥੇ ਕਿਤੇ ਪਾਣੀ ਖੜਾ ਹੋਵੇ ਉਹਦੇ ਚ ਪਾ ਦਿਓ। ਓਕੇ, ਇਹ ਹੋ ਗਿਆ 8 ਕੱਚੇ ਨਾਰੀਅਲ, 8 ਸੁੱਕੇ ਨਾਰੀਅਲ। ਮੈਂ ਕੱਚੇ ਨਾਰੀਅਲ ਦੀ ਗੱਲ ਨਹੀਂ ਕਰ ਰਿਹਾ, ਜਿਹੜੇ ਨਾਰੀਅਲ ਚ ਪਾਣੀ ਸੁੱਕ ਚੁੱਕਿਆ ਹੋਵੇ। ਹਾਂਜੀ, ਜੇ ਪਾਪਾ ਖੜੇ ਭਾਈ ਹਲਾਈਏ, ਸਾਹਿਬ ਦੇ। ਹਾਂ, ਸਾਬਤੇ ਨਾਰੀਅਲ ਚਾਹੀਦੇ ਹੈ, ਹੋਲ ਕੋਕੋਨਟ ਚਾਹੀਦਾ ਹੈ, ਲੇਕਿਨ ਡਰਾਈ ਹੋਵੇ। ਠੀਕ ਹੈ। ਅਗਲਾ ਉਪਾਅ ਹਾਂਜੀ, 800 ਗ੍ਰਾਮ ਜੌਂ ਕਦੇ ਕਦੇ ਕਬੂਤਰਾਂ ਨੂੰ ਪਾਉਂਦੇ ਰਿਹਾ ਕਰੋ। ਹਾਂਜੀ, ਅਗਲਾ ਉਪਾਅ ਜੇ ਤੁਸੀਂ ਜਿਹੜਾ ਤੁਹਾਨੂੰ ਕਰਨਾ ਚਾਹੀਦਾ ਹੈ, ਹਾਂਜੀ, 11 ਕਿਲੋ ਕਾਲਾ ਨਮਕ। 11 ਕਿਲੋ ਕਾਲਾ ਨਮਕ ਹਾਂਜੀ, ਸੈਟਰਡੇ ਮਾਰਨਿੰਗ 4 ਤੋਂ 7 ਦੇ ਵਿੱਚ ਹਾਂਜੀ, ਕੱਚੀ ਥਾਂ ਤੇ ਦੱਬ ਦਿਓ। ਠੀਕ ਹੈ, ਹੋ ਜੂਗਾ ਜੀ। ਹੈਲੋ, ਦੁੱਧ ਦਹੀਂ ਮਲ ਕੇ ਨਹਾਇਆ ਕਰੋ। ਹਾਂਜੀ ਠੀਕ ਹੈ, ਫਿਲਹਾਲ ਤਾਂ ਇਹੀ ਉਪਾਅ ਹੈ, ਔਰ ਜਪ ਕਰੋ ਜਿੰਨਾ ਕਰ ਸਕਦੇ ਹੋ। ਠੀਕ ਹੈ। ਇੱਕ ਪੰਡਤ ਜੀ, ਪਿਛਲੇ 2 ਸਾਲਾਂ ਤੋਂ ਪੇਟ ਦੀ ਪ੍ਰੋਬਲਮ ਬੜੀ ਆ ਰਹੀ ਹੈ, ਇਹਦਾ ਵੀ ਕੋਈ ਸੋਲੂਸ਼ਨ ਹੋ ਸਕਦਾ? ਹੁਣ ਆ ਇਸ ਟਾਈਮ ਜਿਹੜਾ ਤੁਹਾਡਾ ਇਸ ਟਾਈਮ ਢਿੱਡ ਦੇ ਵਿੱਚ ਵੱਟ ਪੈਣਾ ਜਾਂ ਪੇਟ ਹਾਂ ਹਾਂ ਹਾਂ, ਦੇ ਵਿੱਚ ਜਿਹੜਾ ਸਪੈਜ਼ਮ ਹੋ ਜਾਣਾ, ਢਿੱਡ ਹਾਂ ਹਾਂ, ਪੇਟ ਅੰਤੜੀਆਂ 'ਚ ਸੋਜ ਪੈਦਾ ਹੋ ਜਾਣੀ, ਠੀਕ ਹੈ, ਇਹ ਨਾਰਮਲ ਹੈ, ਕਿਉਂਕਿ ਇਸ ਟਾਈਮ ਸ਼ਨੀ Okay. ਔਰ ਰਾਹੂ ਇਕੱਠੇ ਆ, ਪੰਚਮ ਭਾਵ 'ਚ ਹੀ ਹੈ। ਓਕੇ, ਅੰਤੜੀਆਂ ਦਾ ਰੋਗ ਹੋ ਜਾਣਾ, ਅੰਤੜੀਆਂ 'ਚ ਸੋਜ ਪੈਦਾ ਹੋ ਜਾਏ, ਇਨਫਲੇਮੇਸ਼ਨ ਜਿਹਨੂੰ ਕਹਿੰਦੇ ਆ। ਹਾਂਜੀ, ਇਹ ਅੰਤੜੀਆਂ ਦੀ ਪ੍ਰੋਬਲਮ ਲੱਗੀ ਹੋਈ ਆਂਤੜੀ ਹੈ ਦੀ ਮੈਨੂੰ। ਪ੍ਰੋਬਲਮ ਹੈਗੀ ਹੈ, ਪਰ ਹਾਂਜੀ ਲੱਗਦੀ। ਆਪਾਂ ਹੁਣ ਥੋੜਾ ਅੱਗੇ ਚੱਲੀਏ। ਆਉਣ ਹਾਂਜੀ। ਵਾਲੇ 3.5 ਸਾਲ ਵੀ ਠੀਕ ਨਹੀਂ ਹੈ, ਹਾਂਜੀ, ਪਰ ਇੱਕ ਉਪਾਅ ਮੈਂ ਤੁਹਾਨੂੰ ਦੇਣਾ ਚਾਹੂੰਗਾ, ਤੁਸੀਂ ਬਹੁਤ ਧਿਆਨ ਨਾਲ ਕਰਦੇ ਰਹਿਣਾ ਹੈ। ਹਾਂਜੀ, ਤੁਸੀਂ ਉਪਾਅ ਇਹ ਕਰਨਾ ਹੈ ਕਿ ਸਰੋਂ ਦਾ ਤੇਲ ਲੈਣਾ ਹੈ, ਘੱਟ ਤੋਂ ਘੱਟ 1 ਲੀਟਰ, ਹਾਂਜੀ, ਘੱਟ ਤੋਂ ਘੱਟ 1 ਲੀਟਰ। ਜੇ ਲੈ ਸਕਦੇ ਹੋ 6 ਲੀਟਰ ਲੈਣਾ ਹੈ, 6 ਲੀਟਰ ਲੈਣਾ ਹੈ। ਠੀਕ ਹੈ, ਸੈਟਰਡੇ ਮਾਰਨਿੰਗ ਨਹਾ ਧੋ ਕੇ ਹਾਂਜੀ, ਉਹ ਸਰੋਂ ਦਾ ਤੇਲ ਕਿਸੇ ਵੱਡੇ ਪਤੀਲੇ 'ਚ ਪਾ ਲਓ। ਠੀਕ ਹੈ, ਸੈਟਰਡੇ ਮਾਰਨਿੰਗ ਟਾਈਮ ਹੋਣਾ ਚਾਹੀਦਾ ਬਿਟਵੀਨ 4 AM ਐਂਡ 7 AM। ਹਾਂਜੀ, ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਬਿਨਾਂ ਕੱਪੜਿਆਂ ਤੋਂ ਉਹ ਸਰੋਂ ਦੇ ਤੇਲ ਨੂੰ ਪਤੀਲੇ 'ਚ ਪਾ ਕੇ ਆਪਣੀ ਪੂਰੀ ਬਾਡੀ ਦੀ ਸ਼ੈਡੋ ਦੇਖ ਲੈਣੀ ਹੈ। ਓਕੇ, ਉਹ ਸਰੋਂ ਦੇ ਤੇਲ ਨੂੰ ਤੁਸੀਂ ਕਿਸੇ ਕੈਨ 'ਚ ਪਾ ਲਓ ਤੇ ਹਾਂਜੀ, ਉਹਨੂੰ ਕੱਚੀ ਥਾਂ ਤੇ ਡੋਲ ਦਿਓ, ਕੱਚੇ ਸਥਾਨ ਤੇ। ਕੱਚੇ ਸਥਾਨ ਤੇ। ਲੇਕਿਨ ਕੱਚਾ ਸਥਾਨ ਜਿਹੜਾ ਰਿਕਮੈਂਡ ਕੀਤਾ ਗਿਆ ਹੈ ਉਹ ਹੋਣਾ ਚਾਹੀਦਾ ਖੇਤ ਜਾਂ ਫੀਲਡ ਜਾਂ ਹੋਵੇ ਪਾਰਕ। ਓਕੇ, ਇਹਨਾਂ ਵਿੱਚੋਂ ਕਿਸੇ ਜਾ ਕੇ ਕਾਰਨਰ ਦੇ ਉੱਤੇ ਕਿਸੇ ਜਗ੍ਹਾ ਤੇ ਜਾ ਕੇ ਡੋਲ ਦਿਓ, ਲੇਕਿਨ ਟਾਈਮਿੰਗ ਹੋਵੇ ਬਿਟਵੀਨ 4 AM ਐਂਡ 7 AM। ਇਹ ਉਪਾਅ ਤੁਹਾਡਾ ਇਹ ਸੀ 4 ਤੋਂ 6 ਵਜੇ ਤੱਕ, ਸ਼ਾਮ ਦੇ 4 ਜਾਂ ਤੋਂ ਸਵੇਰ 7 ਦੇ? ਦੇ ਵਿੱਚ, ਬਿਟਵੀਨ 4 AM ਐਂਡ 7 AM। ਹਾਂ, ਜੇ ਇਹ ਉਪਾਅ ਆਪਾਂ ਸਮਰ ਚ ਕਰ ਰਹੇ ਹਾਂ, ਫਿਰ ਇਹ ਟਾਈਮ ਦਾ ਬਣੇਗਾ ਬਿਟਵੀਨ 3 AM ਐਂਡ 6 AM। ਠੀਕ ਹੈ, ਅੱਜ ਕੱਲ੍ਹ ਸਮਰ ਨਹੀਂ ਹੈ, ਵਿੰਟਰ ਚੱਲ ਰਹੀ ਹੈ। 4 ਹਾਂਜੀ, AM to 7 AM, 4 AM till 7 AM। ਜੇ ਆਪਾਂ ਇਹੀ ਨੂੰ ਉਪਾਅ ਨੂੰ ਸਮਰ ਚ ਕਰਨਾ ਹੋਵੇ 3 AM till 6 AM ਇਹ ਕਰਨਾ ਪਏਗਾ, ਠੀਕ ਹੈ, ਉਸ ਤੋਂ ਬਾਅਦ ਨਹੀਂ। ਠੀਕ ਹੈ, ਹਾਂਜੀ, ਲੇਕਿਨ ਇਹ ਹੈ ਕਿ ਆਪਣਾ ਨਹਾ ਧੋ ਕੇ ਉਹਨੂੰ ਪਤੀਲੇ 'ਚ ਪਾ ਲੈਣਾ ਸਰੋਂ ਦੇ ਤੇਲ ਨੂੰ, ਔਰ ਉਹਦੇ ਵਿੱਚ ਪੂਰੀ ਬਾਡੀ ਦੀ ਸ਼ੈਡੋ ਦੇਖਣੀ। ਤੁਹਾਡੀ ਨੈਗੇਟਿਵ એનર્ਜੀ ਤੁਹਾਨੂੰ ਟਰਾਂਸਫਾਰਮ ਕਰਨੀ ਪੈਣੀ ਹੈ, ਔਰ ਉਹ ਟਰਾਂਸਫਾਰਮ ਤੁਹਾਨੂੰ ਆਇਲ 'ਚ ਹੀ ਹੋਏਗੀ, ਔਰ ਉਹਨੂੰ ਤੁਹਾਨੂੰ ਜ਼ਮੀਨ ਨੂੰ ਵਾਪਸ ਕਰਨਾ ਪੈਣਾ। ਠੀਕ ਹੈ, ਨਹੀਂ ਤਾਂ ਪੇਟ ਭਾਰਾ ਰਹੇਗਾ, ਪੇਟ ਦੇ ਤਕਲੀਫਾਂ ਹੋ ਗਈਆਂ, ਪੇਟ ਦੀ ਤਕਲੀਫ, ਸ਼ਾਰਪ ਪੇਨ ਰਹੂਗੀ, ਔਰ ਬਹੁਤ ਜਿੱਦਾਂ ਬੰਦਾ ਕਹਿੰਦਾ ਅਨਵੈਲ ਹੈ, ਕਮਜ਼ੋਰ ਹੋ ਗਿਆ ਹੈ। ਹਾਂਜੀ, ਔਰ ਜਿਹੜਾ ਪੇਟ ਆ ਉੱਥੋਂ ਤੁਹਾਨੂੰ ਬੜੀ ਉਹ ਲੱਗੇਗਾ ਕਿ
मैं रोटी नहीं हजम हो रही, मैं ठीक नहीं है, मैं ये है, 50 ਗੱਲਾਂ ਹੋਰ ਚੀਜ਼ਾਂ ਨਾਲ ਹੁੰਦੀਆਂ। ਹਾਂ, ਇਸ ਟਾਈਮ ਐਸੀ ਜਾਂ ਤਾਂ ਜੌਬ ਹੈ ਨਹੀਂ, ਜੇ ਜੌਬ ਹੈ ਤਾਂ ਬਿਮਾਰ, ਬਸ ਦੋਨੋਂ ਚ ਇੱਕ ਕੰਮ ਹੋ ਜਾਂਦਾ। ਹਾਂ, ਉਹਨੇ ਇਹ ਕੋਈ ਜਿਹੜਾ ਸ਼ਨੀ ਹੈ ਉਹ ਚਾਹੁੰਦਾ ਨਹੀਂ ਤੁਸੀਂ ਬਾਹਰ ਕਿਤੇ ਨਿਕਲੋ ਜਾਂ ਕੁਝ ਕਰੋ, ਉਹ ਰੋਕ ਕੇ ਬਹਿ ਜਾਏਗਾ। ਉਹਨੇ ਇਹ ਕਿ ਤੁਸੀਂ ਇਹਨੂੰ ਟਰਾਂਸਫਾਰਮ ਕਰਨਾ ਹੈ। ਔਰ ਇੱਕ ਤੁਸੀਂ ਆਹ ਉਪਾਅ ਦੇ ਨਾਲ ਜਿਹੜਾ 6 ਲੀਟਰ ਹੈ ਜਾਂ 1 ਲੀਟਰ ਘੱਟ ਤੋਂ ਘੱਟ ਜੇ ਕਰ ਸਕਦੇ ਹੋ 6 ਲੀਟਰ ਕਰੋ, ਪਰ ਇਹਨੂੰ ਆਨਗੋਇੰਗ ਚੱਲਦੇ ਰਹੋ। ਪਰ ਮੇਰਾ ਇਹ ਮੰਨਣਾ ਹੈ ਜੇ ਤੁਸੀਂ 11 ਕੁ ਵਾਰੀ ਇਹ ਕਰੋ ਤੇ ਇਹਨੂੰ ਇਹਦਾ ਜਿਹੜੀ ਪੂਰੀ ਬਾਡੀ ਦੀ ਨੈਗੇਟਿਵ ਚਾਰਜ ਆਪਾਂ ਟਰਾਂਸਫਾਰਮ ਕਰ ਦਾਂਗੇ। ਠੀਕ ਹੈ, ਹਾਂ, ਇਹ ਉਪਾਅ ਹੈ। ਠੀਕ ਹੈ ਜੀ। ਤੇ ਜਿਹੜੇ ਕੋਰਟ ਕੇਸ ਵਗੈਰਾ ਚੱਲਦੇ ਹੈ ਚੱਲੀ ਜਾਣਗੇ ਇੱਦਾਂ ਹੀ ਬੇਫਜ਼ੂਲ ਦੇ ਪੈਸੇ ਤਾਂ? ਹੁਣ ਇਹਦਾ ਖੱਜਲ ਖਰਾਬੀਆਂ ਹੈਗੀਆਂ। ਉਹਨੇ ਐਂਡ ਆਫ ਦਾ ਡੇ ਤੁਹਾਨੂੰ ਜੇਲ੍ਹ 'ਚ ਕਰਾਉਣਾ ਸੀਗਾ, ਜਾਂ ਫਾਈਨ ਕਰਾਉਣਾ, ਜਾਂ ਪੈਨਲਟੀ ਕਰਾਉਣੀ ਹੈ, ਜਾਂ ਬੇਇੱਜ਼ਤੀ ਕਰਵਾਉਣੀ ਹੈ। ਉਹ ਜ਼ੋਰ ਲੱਗਿਆ ਹੋਇਆ ਹੈ ਸ਼ਨੀ ਦੀ 7.5 ਦਾ। ਡੀਫੇਮ ਕਰਨਾ ਉਹਦਾ ਮੇਨ ਇਸ ਟਾਈਮ ਕੰਮ ਹੈ, ਡੀਫੇਮ ਕਰਨਾ। ਮੈਂ ਨਾ ਖਰਾਬ ਕਰੂੰਗਾ। ਹਾਂ, ਡੀਫੇਮ। ਠੀਕ ਹੈ। ਕਿਉਂਕਿ ਜਿਸ ਮੈਰਿਜ ਵਗੈਰਾ ਤਾਂ ਕੁਝ ਬਣਦਾ ਹਜੇ ਸਿਸਟਮ ਚੱਕਰ? ਮੈਰਿਜ ਵਿੰਡੋ ਤੁਹਾਡੀ ਖੁੱਲੀ ਹੋਈ ਹੈ। ਓਕੇ, ਮੈਰਿਜ ਵਿੰਡੋ ਤਾਂ ਖੁੱਲੀ ਹੋਈ ਹੈ, ਲੇਕਿਨ ਮੈਰਿਜ ਵਿੰਡੋ ਦੇ ਖੁੱਲੀ ਹੋਣਾ ਹੋਰ ਗੱਲ ਹੈ, ਮੈਰਿਜ ਹੋਣੀ ਹੋਰ ਗੱਲ ਹੈ। ਮੈਰਿਜ ਵਿੰਡੋ ਤੁਹਾਡੀ ਖੁੱਲੀ ਰਹੇਗੀ ਜੂਨ ਮਿਡ ਤੱਕ। ਕਦ ਤੱਕ? ਮਿਡ ਜੂਨ ਤੱਕ। ਓਕੇ, ਹਾਂ, ਜੂਨ ਮਿਡ ਤੱਕ ਤੁਹਾਡਾ ਮਤਲਬ ਆਪਾਂ ਕਹਿ ਦਈਏ ਮੋਟੇ ਤੌਰ ਤੇ 22-23 ਜੂਨ ਤੱਕ ਮੈਰਿਜ ਵਿੰਡੋ ਖੁੱਲੀ ਹੈ। ਓਕੇ, ਬਟ ਇਹਦੇ ਵਿੱਚ ਪ੍ਰੋਬਲਮਸ ਕਾਫੀ ਆ ਰਹੀਆਂ ਮੈਨੂੰ, ਬਟ ਇਹ ਮੇਰਾ ਕੰਮ ਸਿਰੇ ਨਹੀਂ ਚੜ ਰਿਹਾ ਜੀ। ਨਹੀਂ ਏਦਾਂ ਹੈਗਾ, ਦੇਖੋ ਮੈਂ ਤੁਹਾਨੂੰ ਗੱਲ ਦੱਸਾਂ, ਆਦਮੀ ਤਿਮੀ ਦਾ ਸੰਬੰਧ ਤਾਂ ਬਣਨਾ 2 ਗ੍ਰਹਿ ਠੀਕ ਹੋਣੇ ਚਾਹੀਦੇ ਆ, ਇੱਕ ਬ੍ਰਹਸਪਤੀ, ਇੱਕ ਸ਼ੁਕਰ। ਠੀਕ ਹੈ, ਬ੍ਰਹਸਪਤੀ ਤਾਂ ਠੀਕ ਹੈ ਵਿਚਾਰਾ, ਉਹਨੇ ਤਾਂ ਕਿਤੇ ਉਹ ਤਾਂ ਬੈਠਾ ਹੈ ਵੀ ਵਿਆਹ ਕਰੋ ਵਿਆਹ ਕਰੋ ਵਿਆਹ ਕਰੋ, ਵਿਆਹ ਦਾ ਮੂਡ ਬਣਾਓ, ਵਿਆਹ ਦਾ। ਲੇਕਿਨ ਜਿਹੜਾ ਸ਼ੁਕਰ ਹੈਗਾ ਉਹ ਸ਼ਨੀ ਦੇ ਅਥਾਰਟੀ 'ਚ ਹੈ। ਓਕੇ, ਉਹਦੀ ਔਕਾਤ ਸ਼ਨੀ ਤੋਂ ਬਿਨਾਂ ਹੋਣੀ ਨਹੀਂ। ਹਾਂ ਹਾਂ, ਸ਼ੁਕਰ ਨੇ ਜਿੱਦਾਂ ਓਬੇ ਕਰਨਾ ਸ਼ਨੀ ਨੂੰ, ਔਰ ਸ਼ਨੀ ਇਸ ਟਾਈਮ ਆਪਣੇ ਅਗੇਂਸਟ ਹੈ। ਓਕੇ, तो उस करके जिदा बाद अब नहीं होने लगे ग्रह ये अदब च रहते हैं। उन्हें कि वो जब तक मैं ये चाहना किसी तरीके ना शनि की निगाह शनि नूं उत्थे लैके आईए जिसे थानू वो डोमीनेट ना करे, जिथे सपोर्ट करन लग जाए बस। ओके, अल्टीमेटली अपना एक कोई है इक्वेशन किदा बैलेंस करनी है कि जेडे प्लैनेट अपनी अपोजिशन च है, अपने अगेंस्ट चल रहे हैं, उन्होंने उत्थे लैके आईए जिथे सानू सपोर्ट करन, अपोजिशन नहीं। ठीक है, हाँ, ਹੁਣ ਆਹ ਜਿਹੜੇ ਤੁਹਾਨੂੰ ਮੈਂ ਉਪਾਅ ਦਿੱਤੇ ਆ ਇਹ ਤੁਸੀਂ ਕਿਸੇ ਤਰੀਕੇ ਨਾਲ ਕਰ ਦਿੰਦੇ ਆ। ਤੁਹਾਡੀ ਕੁੰਡਲੀ 'ਚ ਲੌਕ ਹੈ, ਤੁਹਾਡੀ ਕੁੰਡਲੀ 'ਚ ਚੰਡਾਲ ਦੋਸ਼ ਹੈ, ਤੁਹਾਡੀ ਕੁੰਡਲੀ ਦੇ ਵਿੱਚ ਕਾਲ ਸਰਪ ਯੋਗ ਹੈ। ਲੌਂਗ ਟਰਮ ਤੇ ਤੁਹਾਨੂੰ ਇਹਨੂੰ ਸ਼ਾਰਟ ਟਰਮ ਜਾਂ ਲੌਂਗ ਟਰਮ ਜੇ ਤੁਸੀਂ ਪ੍ਰੋਸਪੈਰਿਟੀ ਚਾਹੁੰਦੇ ਹੋ ਜਾਂ ਫਾਈਨੈਂਸ਼ੀਅਲ ਲਾਸਸ ਨਹੀਂ ਚਾਹੁੰਦੇ ਜਾਂ ਪ੍ਰੋਫੈਸ਼ਨਲੀ ਕੁਝ ਬਣਨਾ ਚਾਹੁੰਦੇ ਹੋ ਜਾਂ ਚਾਹੁੰਦੇ ਹੋ ਵੀ ਮੈਨੂੰ ਮਾਨ ਸਨਮਾਨ ਰੁਤਬਾ ਮਿਲੇ, ਚੰਡਾਲ ਦੋਸ਼ ਤੋਂ ਤੁਹਾਨੂੰ ਪਰਮਾਨੈਂਟਲੀ ਮੁਕਤ ਹੋਣਾ ਪੈਣਾ ਹੈ, ਕਾਲ ਸਰਪ ਯੋਗ ਚੋਂ ਕੱਢਣਾ ਪੈਣਾ ਆਪਣੇ ਆਪ ਨੂੰ। ਪਰ ਇਹ ਹੈ ਕਿ ਤੁਹਾਨੂੰ ਸੂਨਰ ਔਰ ਲੇਟਰ ਕਰ ਸਕਦੇ ਆਪਾਂ। ਉਹਨੇ ਇੱਕ ਪ੍ਰੋਜੈਕਟ ਹੈਗੇ ਇਹਨਾਂ ਦੇ, ਇਹ ਵੱਡੇ ਹੈ, ਇਹ ਲਾਈਵ ਸ਼ੋਅ ਤੇ ਨਹੀਂ, ਪ੍ਰਾਈਵੇਟ ਕੰਸਲਟੇਸ਼ਨ ਆਣਾ ਪਏਗਾ ਤੁਹਾਨੂੰ। ਓਕੇ, ਇਹਨੂੰ ਕਿਉਂਕਿ ਇਹ ਜਿਹੜਾ ਚੰਡਾਲ ਦੋਸ਼ ਔਰ ਕਾਲ ਸਰਪ ਹੈ ਇਹ ਫਿਰ ਇਹਦੇ ਲਈ ਪ੍ਰੋਪਰ ਕੰਸਲਟੇਸ਼ਨ ਚਾਹੀਦੀ ਹੈ। ਔਰ ਇਹ ਤੈਨੂੰ ਤੁਹਾਨੂੰ ਕਿਸੇ ਤਰੀਕੇ ਨਾਲ ਆਪਣੇ ਹੋਰੋਸਕੋਪ ਚੋਂ ਆਪਣੀ ਡੈਸਟਨੀ ਚੋਂ ਕੱਢ ਕੇ ਬਾਹਰ ਸਿੱਟ ਦੋ, ਇਹਨੂੰ ਲੈ ਕੇ ਨਾ ਫਿਰੀ ਜਾਓ, ਨਹੀਂ ਤਾਂ ਨਾ ਫਿਰ ਮਨ ਦੀ ਸ਼ਾਂਤੀ ਹੋਗੀ ਨਾ ਪ੍ਰੋਫੈਸ਼ਨਲ ਅਕੰਪਲਿਸ਼ਮੈਂਟ ਹੋਏਗੀ। ਹਾਂਜੀ, ਉਹ ਦੋਨਾਂ ਤੇ ਜੈਪਰਡਾਈਜ਼ ਕਰਨਾ ਸ਼ੁਰੂ ਕਰ ਦੋਗੇ। ਪਰ ਹਾਂ ਇਹ ਚੀਜ਼ ਹੈ ਕਿ ਤੁਹਾਨੂੰ ਆਪਣੇ ਆਪ ਨੂੰ ਉਹਦੇ ਲਈ ਤਿਆਰ ਕਰ ਲਓ ਕਿ ਮੈਂ ਇਹਨੂੰ ਖਤਮ ਕਰਨਾ ਬਸ। ਠੀਕ ਹੈ, ਉਹ ਇੱਕ ਪ੍ਰੋਸੈਸ ਹੋਏਗਾ, ਤੁਹਾਨੂੰ ਅਡਾਪਟ ਕਰਨਾ ਪਏਗਾ। ਜਸਟ ਗੋ ਥਰੂ ਦਾ ਪ੍ਰੋਸੀਜਰ, ਗੋ ਥਰੂ ਦਾ ਪ੍ਰੋਸੈਸ ਐਂਡ ਗੈਟ ਰਿਡ ਆਫ ਇਟ। ਓਕੇ, ਹਾਂ, ਚਲੋ ਠੀਕ ਹੈ ਪੰਡਿਤ ਜੀ। ਓਕੇ ਜੀ, ਚੰਡਾਲ ਜੋਗ ਲਈ ਫਿਰ ਤੁਹਾਨੂੰ ਪਰਸਨਲੀ ਜਾਂ ਤਾਂ ਫਿਰ ਮਿਲ ਸਕਦਾ? ਠੀਕ ਹੈ, ਬੈਟਰ ਹੋਊਗਾ। नो प्रॉब्लम। ओके पंडित जी, थैंक यू। ओके हरप्रीत, गुड लक, बाय बाय। हाँ जी, नमस्कार जी। नमस्कार प्रकाश जी। हाय, मेरा नाम सुनीत है जी। वनीत? यस। हाँ जी वनीत, बोलिए। डेट ऑफ बर्थ बताऊं आपको? जी हाँ बोलिए, एब्सोल्युटली। 10th of July 1970। वनीत 10th of July 1970। या। प्लेस न्यू दिल्ली एंड टाइम ऑफ बर्थ? 1530। 1530। अब दोबारा बोलेंगे टाइम ऑफ बर्थ? हाँ जी, इट्स 1530 hours। 3:30 बजे। 3:30 in the afternoon। 3:30 in the afternoon, ठीक है। और प्लेस ऑफ बर्थ है न्यू दिल्ली? न्यू दिल्ली। ओके।
हाँ जी बोलिए। मेरे को दो चीज पूछनी थी सर। एक तो ये कि अपने करियर के बारे में, हाउ इज दिस ईयर लुकिंग लाइक फॉर मी, एंड सेकेंडली देयर आर some civil litigations which have come in the family in India, and that's causing a bit of concern. So how will things be for especially for my mother this year? आपके माता जी का पूछ रहे हैं? हाँ जी। अब से लेके जो नेक्स्ट 6 मंथ है थोड़े टफ है। मेरे लिए नेक्स्ट 6 months आर टफ है। हाँ टफ, रिगार्डिंग एक्सपेंडिचर, रिगार्डिंग फाइनेंसेस, उसमें जो आपका खर्च बहुत होगा या आपको कहीं पे आपके पैसे लग जाएंगे जो कई बार अनअवॉइडेबल होंगे, वो करना पड़ेगा शायद आपको। ओके। तो उसके लिए आई मीन अ चेंज ऑफ जॉब। अभी आई एम मूविंग टू अ न्यू जॉब इन जॉब तो आपकी बदली जाएगी। चेंज ऑफ प्लेस तो आपकी बन रही है, चेंज ऑफ प्लेस तो आपकी हो ही जानी है। ओके। तो हाउ इज द न्यू जॉब गोइंग टू बी लाइक? आई बी स्टार्टिंग इन मार्च दिस ईयर, एंड आई थिंक जॉब में प्रॉब्लम होगी या आप सिचुएशन विल बी बेटर आफ्टर जून। आफ्टर जून? ओके। Situation will be lot more settled and lot more better after June. लेकिन शायद आपको किसी के लिए पैसा खर्च करना होगा या कोई कॉज बनेगा आपके ह्यूज एक्सपेंडिचर का, या कोई लोन वोन लेना पड़ेगा। लेकिन इस दौरान ट्रैवलिंग आपकी बहुत होगी, भागदौड़ बहुत है। लेकिन जून के बाद आप थोड़े ज़्यादा सेटल नज़र आएंगे, फिर आपको लगेगा कि हाँ सारा कुछ जो होना था हो गया, इज़ मूविंग ऑन टाइम एंड ऑल मूविंग ऑन, दैट्स इट। लेकिन वो जून तक थोड़ा है, जो स्ट्रगल है, वो जो हैसल्स है वो चलेंगी। लेकिन अपना कोई भी डिसीज़न जो पूरे जो नेक्स्ट 2 मंथ हैं उसमें बहुत सोच समझ के बनाने हैं। कोई भी ऐसा इशू जिसका ताल्लुकात प्रॉपर्टी से है, इनहेरिटेंस से है, या कोई भी ऐसा ताल्लुका जिसका ताल्लुकात कोई किसी इशू से है, कोई पर्सनल इशू हो सकता है, तो उसका आपको बहुत ध्यान रखना होगा। नेक्स्ट 6 weeks to 2 months आर क्वाइट इम्पॉर्टेंट, क्योंकि मंगल आपका 4 फरवरी को 12th हाउस में चला जाएगा। उसकी वजह से वो नियर अबाउट 6 week ऐसे हालात हैं, उसमें भाग दौड़ बहुत होगी, टेंशन बहुत होगी, रनिंग अराउंड बहुत होगी। उसमें जो आपके डिसीजन और चॉइसेस है वो अच्छे होने चाहिए। ओके। लेकिन मैं कुछ आपको उपाय देना चाहता हूं ताकि उसमें वो कोई ऐसी सिचुएशन ना हो जिसमें आप लगें कि यार ये तो मेरे लिए प्रॉब्लम हो गई, या पहले तो मैंने तो ऐसा सोचा नहीं था, ये क्या हो गया। एक सवाल मेरा ये है, क्या आने वाले 6 week में आप फॉरेन ट्रैवल करेंगे? नहीं, अभी कोई प्लान तो नहीं है, बट नेक्स्ट 6 week में आप कोई पैसे वगैरह खर्च रहे हैं कहीं? नहीं, कुछ भी प्लान नहीं है। ओके। लेकिन नेक्स्ट 6 to 8 weeks थोड़ा तैयारी रखें। नेक्स्ट 6 weeks में नेक्स्ट 6 to 8 weeks थोड़ा स्टैंड बाय रहे। ओके। लेकिन मैं आपको जिस तरह से थोड़ा इक्वेशन बैलेंस है, उसको 1-2 उपाय देना चाहता हूं जो आपको करने चाहिए। जी बोले। एक तो चाहिए आपको होल मील आटा और होल मूंग धर्मस्थान में दान कर दें। धर्मस्थान में? हाँ, होल मील आटा एंड होल मूंग दाल
दोनों की क्वांटिटी कम से कम 8 किलो से कम ना हो। ओके, किसी गुरुद्वारे में भी दे सकते हैं? हाँ, जहाँ पे लंगर लगता हो। जी जी। और एक आपको टास्क दे रहा हूँ, वो आपने ये करना है, 11 किलो चने की दाल, 6 किलोग्राम राइस, उसको अच्छी तरह मिक्स करके आप उसको चलते पानी में, जल प्रवाह में, जल उनको प्रवाह कर दें, चलते पानी में प्रवाह कर दें। लेकिन जो चलता पानी, चने की दाल कितनी? 11 किलोग्राम चने की दाल, 6 किलोग्राम राइस, उसको प्रॉपरली आप मिक्स करके जल प्रवाह करें। जी। वो आपके लिए करना बहुत जरूरी है। चने की दाल 11 किलो, और कौन सा बोला था जी? 6 किलो राइस, चावल, और 6 किलो चावल। ओके 6 किलोग्राम राइस। ओके। लेकिन जिस जगह पे आपने प्रवाह करना है, वो पानी का प्रवाह बहुत फास्ट होना चाहिए, साफ होना चाहिए। फास्ट फ्लोइंग, फ्लो का जो फ्लो ऑफ वाटर हो वो बड़ा फास्ट हो। ओके। हाँ, उस पानी के अंदर फिर हमें ये देखना होता है कि अगर फ्लो के अंदर एनर्जी होगी तो वो जल्दी हो जाएगा काम आपका, फिर टेंशन नहीं होगी, फिर अनसिक्योरिटी नहीं होगी, फिर फियर नहीं होगी, फिर डेट्स बिल्डअप नहीं होंगे, कोई सडन फाइनेंशियल लॉस नहीं होगा, कोई सडन पनिशमेंट पेनल्टी आपको नहीं मिलेगी। वो उस सिचुएशन से हम रेस्क्यू कर लेंगे। ओके, ये बात है। नेक्स्ट आप ये बोल रहे हैं कि नेक्स्ट 8 वीक्स कैन बी प्रॉब्लमैटिक इन टर्म्स ऑफ कुछ शेड्यूल एक्सपेंसेस या कुछ ट्रैवल। कई चीज डेस्टिनी के, जो कई चीजें काल के पेट में होती हैं, ठीक है, वो कई बार टाइम के साथ एक्सपोज हो जाती हैं। कई बार उनका एक्सपोज होना हमारे लिए इतना अच्छा नहीं होता। जी। वो आप पूरी तरह, कई बार लोग उस वजह से अपसाइड डाउन हो जाते हैं, तो उन्होंने ऐसा पहले सोचा हुआ नहीं था, ये क्या हो गया, क्यों हो गया। तो मैं ये कहता हूं कि अब जो आपकी कॉम्बिनेशन जो बन रहा है, वो बन रहा है मार्स, सैटर्न, राहु, और तीनों ग्रह 12वें घर में इकट्ठे हो जाएंगे। और केतु भी नीचे है, और केतु की पोजीशन भी मिल जाएगी, ठीक। उसमें फाइनेंशियल लॉस, पेनल्टी, पनिशमेंट, फाइन, और कोई सडन इश्यू का हो जाना जो पहले सोचा उन्होंने, उसको, सिचुएशन को हमें रेस्क्यू करना चाहिए। जी, ये बात कह रहा हूँ। और जो जॉब चेंज है सर, that's quite a significant move. I mean, I'm moving from a company where I have a position of strength. I'm in charge of my account. But I'm moving because वो घर से दूर है, तो मेरे को 5-6 दिन पिछले 3-3.5 साल में I was staying away from home, Monday to Friday. जी हाँ। So I'm changing the job because this job is closer to home, and it's letting me work from home. So to be more close to home. उसमें आपको ये नई जॉब में कुछ ऐसा लगता है कि कोई प्रॉब्लम होगा, या is that a right move? और नहीं, प्रॉब्लम नहीं होगी। कई बार थोड़ा ऐसा होता है कि वी आर आउट ऑफ द, कई बार हम आउट ऑफ कंफर्ट जोन होते हैं। जी, ओके। वो एक इनएविटेबल बात है। जब आप कई नई जगह पे जाएंगे तो भाई आउट ऑफ कंफर्ट जोन होना इनएविटेबल बात है, लेकिन हमेशा के लिए नहीं होता। लेकिन एज लॉन्गर यू नो हाउ यू हैव ए स्किल टू कम्युनिकेट विद पीपल, वेदर दे आर ऑन एनी लेवल, अगर आपके पास वो स्किल है, आप लोगों से बात कर सकते हैं, और आपको, आपके अंदर वो हिचकिचाहट नहीं है, आप यू गो अप फ्रंट एंड से हाय, हेलो, हाउ आर यू, और एक बेस ऑफ रिलेशनशिप बना सकते हैं विद इन, इफ यू नो हाउ टू टॉक, फिर तो कोई विद इन 1 डे वो एक जो आइस का जो ठंडा फेस है वो आप क्रैक कर लेंगे, उसमें तो कोई इशू नहीं है। आइस विल बी क्रैक्ड, सिंपल। फिर 2nd, 3rd, 4th वीक एज यू से इस कंफर्ट जोन में आप आ गए हैं, सिंपल। उसमें कोई दो राय नहीं। हाँ, ये है कि जो जून के बाद हालात पहले से बेहतर होंगे। हाँ, अप्रैल के बाद हालात उससे बेहतर होंगे। लेकिन इस समय जो सिनारियो है, इसमें जो सन और मरकरी की पोजीशन है, उसको थोड़ा रिस्टोर करना होगा, ताकि सन और मरकरी आप रहेंगे तो प्रोफेशनल गेन रहेगा, प्रोफेशनल सपोर्ट आपको मिलेगी, लीगल कॉम्प्लिकेशंस नहीं होंगी, अथॉरिटी की सपोर्ट आपको मिलेगी। अगर आप कहीं पे काम भी कर रहे हैं तो जो सुपीरियर होंगे
वो आपके लिए काइंड हार्टेड होंगे, ना कि आपको इन्वेस्टिगेट करेंगे यार ये कर क्या रहा है, कीप ए क्लोज आई ऑन हिम। कई बार हमें ये भी चाहते हैं कि जहाँ पे हम जॉब करें, जो हमसे ज़्यादा सुपीरियर हैं, जो लोग कंट्रोल करते हैं, डिसीजन मेकर हैं, देयर सपोर्ट, इनकरेजमेंट एंड गाइडेंस इज टुवर्ड्स अस। सिंपल। जी Okay, end of the day we know very well कि everybody is make a decision with their gut feeling। बाकी चीज़ें को इतनी वैल्यू नहीं होती, गट फीलिंग की लोग वैल्यू मान लेते हैं, ये वही गट फीलिंग होती है एंड ऑफ द डे। तो वह उस वजह से सन मरकरी उसको किसी तरह से लेके आए पॉजिटिव की तरफ, ताकि आपकी रिकॉग्निशन हो, आपको अप्रिशिएट किया जाए, और मून और जुपिटर को स्टेज पे लेके जाएं जिसमें वो सन मरकरी को सपोर्ट करे। हाँ, और अगर आप प्रोफेशनली क्वालिफाइड हैं और आप अपनी एजुकेशनल स्किल्स या नॉलेज एबिलिटी से आप अपने प्रोफेशन को लीड कर रहे हैं, तो आपके लिए मून और जुपिटर का पॉजिटिव होना बहुत अनिवार्य है, दैट इज मस्ट। उसमें उसके बारे में दो क्वेश्चन नहीं है। सन मरकरी मून जुपिटर इन चारों का पॉजिटिव होना, आपके सपोर्ट सिस्टम में होना, दैट इज वेरी इंपॉर्टेंट, एक्सट्रीमली इंपॉर्टेंट, हैव टू बी डन, हैव टू बी सॉर्टेड। वो करना होगा, उसके बिना कोई और चारा नहीं हो सकता। जी तो उस वजह से मैंने उसको, वो आप करें ही तो ठीक है। और एक छोटा सा उपाय है कि 700 ग्राम ब्लैक सस्मी सीड्स या ब्राउन सस्मी सीड्स कोई मिल जाए, उसको ब्राउन वूलन जंपर के अंदर रैप कर ले, प्योर वूलन ब्राउन जंपर या प्योर वूल ब्राउन शॉल के अंदर रैप करके उसको लॉफ्ट में रख दे। उसको कहाँ रखना सर? अपने घर की लॉफ्ट में रख दे। ओ लॉफ्ट में, ओके। हाँ, ताकि हम नहीं चाहते कि कोई भाई किसी भी फेज के अंदर, पर्सनल या प्रोफेशनल हो, उसके अंदर कोई फ्लक्चुएशन हो या हमें सेटबैक्स नज़र आए कि ये यार ये क्यों हो गया, किस लिए हो गया, ये वो नहीं चाहते हम। जी कभी किसी दिन भी रख सकता है या कोई स्पेशल डे? यू कैन डू इट टुडे इफ यू वांट टू, उसमें कोई दो राय नहीं, वो आप आज भी कर लें। 700 grams of ब्लैक सस्मी सीड्स ले लें, ब्राउन वूलन जंपर या ब्राउन वूलन शॉल के अंदर रैप करके उसको घर की लॉफ्ट में रख दें। ओके। तो वो करना, वो आपके ऊपर है, वो अब कब करना चाहते। ओके। और वो जो राइस और दाल का था सर, वो इन स्लो वाटर, व्हेन कैन आई डू दैट? कोई रिस्ट्रिक्शन है उसमें? उस पर रिस्ट्रिक्शन कोई नहीं है, वो आज कर लें, कल कर लें। आप ऐसे, मैं ये कहना चाहूँगा, आप होल मील आटा और होल मूंग दाल आज दे आए प्लीज़। ओके ठीक है। और टुमारो वो जो चने की दाल और राइस मिक्स करके डाल दें, जल प्रवाह कर दें। जी। और बाय ट्यूसडे वो रख दें अपने ब्लैक सस्मी सीड्स। ओके। तो ये उपाय आपको करना है। अगर आप थोड़ा जप वगैरह कर सकते हैं, चैंटिंग वगैरह कर सकते हैं, तो हनुमान चालीसा या सुंदरकांड का जाप करें, जी। इसमें से कोई कर लें। लेकिन मेरा ये मानना है कि जून 23 के बाद सिग्निफिकेंट चेंज है, बड़ी चेंज है। फीलिंग गुड फैक्टर आपका हो जाएगा। उसमें भी फिर ये नहीं है कि आपको ये नहीं होगा कि ये क्यों हो गया, किस लिए हो गया, ऐसा कुछ नहीं है। लेकिन ट्रैवलिंग आपकी होगी। बट नेक्स्ट few months there's a lot of traveling. हाँ, ट्रैवलिंग तो है। नेक्स्ट 6 to 8 वीक्स ट्रैवलिंग बहुत है, लेकिन नेक्स्ट आफ्टर जून ऑनवर्ड्स फिर सेटल्ड होंगे आप कि भाई मैं ठीक हूँ, मैं खुश हूँ। ओके। तो वो टाइम जो पीरियड है वो अपने आप में प्रोडक्टिव है, लेकिन थोड़ा सपोर्ट सिस्टम लेके आए ताकि वो प्रोडक्टिव बना भी रहे कि भाई उसमें अंदर हम। लेकिन टाइम आपका वैसे भी प्रोडक्टिव है, जुपिटर में शुक्र है। अब ये 2014, 2015, 2016 सितंबर तक
टाइम अपने आप में ठीक है, इसमें प्रोफेशनल ग्रोथ होगी. At the same time, look after your relationship. At the same time, give attention to your partner. At the same time, look after your family relationship. But ये पीरियड के अंदर सपोर्ट सिस्टम आपकी बन जाएगी. इसमें स्टेटस के अंदर एनहांसमेंट है, प्रेस्टीज है, राइज है. जून के बाद फ्लो ऑफ इनकम के अंदर अच्छी राइज होगी. Okay, that's good to know. तो ये अल्टीमेटली मेरे हिसाब से पीरियड है, लेकिन फर्स्ट 2 months, फर्स्ट 6 week यू कैन बी फीलिंग बिट आउट ऑफ कंफर्ट जोन. Okay. लेकिन अपने आप को अगर आप किसी लीगल कॉन्फ्लिक्ट में अगर आप इन्वॉल्व कर रहे हैं तो थोड़ा अलर्ट रहना होगा. Okay. Anything to do with legal dispute, anything to do with court, anything to do with authority, you have to be extremely cautious and very careful what you're committing, why you're committing, and how you're dealing with that kind of project. ठीक है जी. Thank you so much for. Okay, Vineet, For look your after yourself. Good luck. Bye-bye. Thank you very much.